ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA ਆਪ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ। ਜੀ ਆਇਆਂ। ਹਰ ਮੰਗਲਵਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਹਾਜ਼ਰੀ ਭਰਦੇ ਹਨ ਗੁਰਬਾਣੀ ਵਿਚਾਰ ਦੀ, ਜੋ ਪਿੱਛੇ 52 ਅਖਰੀ ਕਬੀਰ ਜੀਓ ਕੀ ਆਪ ਜੀ ਨੇ ਵਿਚਾਰ ਕੀਤੀ ਸੀ। ਅੱਜ ਉਹਨਾਂ ਦਾ ਹੁਣੇ ਸੁਨੇਹਾ ਆਇਆ ਹੈ, ਕੁਝ ਜ਼ਰੂਰੀ ਕੰਮ ਕਰਕੇ ਸ਼ਾਮਲ ਨਹੀਂ ਹੋ ਸਕਾਂਗਾ। ਅੱਜ ਅਸੀਂ ਪ੍ਰੈਜੈਂਟੇਸ਼ਨ ਜੋ ਇੱਕ ਕਹਾਣੀ ਦੇ ਉੱਤੇ ਆਧਾਰਿਤ ਹੈ, ਬਾਪੂ ਜੀ ਦੀ ਕੁਰਸੀ। ਇਹ ਬਾਪੂ ਜੀ ਦੀ ਕੁਰਸੀ ਕਿਸ ਨੂੰ ਮਿਲਦੀ ਹੈ, ਇਹ ਵੀਰ MP ਸਿੰਘ ਜੀ ਸਾਨੂੰ ਦੱਸਣਗੇ। ਤਾਂ ਬੇਨਤੀ ਕਰ ਰਿਹਾ ਹਾਂ ਵੀਰ MP ਸਿੰਘ ਜੀ ਨੂੰ ਅੱਜ ਦੀ ਇਹ ਬਾਪੂ ਜੀ ਦੀ ਕੁਰਸੀ ਦੀ ਪ੍ਰੈਜੈਂਟੇਸ਼ਨ ਦੀ ਕਹਾਣੀ ਸਾਡੇ ਨਾਲ ਸਾਂਝੀ ਕਰਨ। ਵੀਰ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਛੋਟੀ ਜੀ ਕਹਾਣੀ ਹੈ ਜਿਹਦੇ ਤੇ ਆਧਾਰਿਤ ਇਹ ਪ੍ਰੈਜੈਂਟੇਸ਼ਨ ਬਣਾਈ ਗਈ ਹੈ। तो ਮੇਨ ਗੱਲ ਕਹਾਣੀ ਦੀ ਨਹੀਂ ਹੈ, ਜੋ ਇਸ ਕਹਾਣੀ ਚੋਂ ਸੁਨੇਹਾ ਮਿਲੇਗਾ ਉਹ ਸੁਨੇਹਾ ਸਾਡਾ ਚੇਤੇ ਰੱਖਣ ਵਾਲਾ ਹੋਣਾ ਚਾਹੀਦਾ ਹੈ, ਤੇ ਉਹਦੇ ਤੋਂ ਜੋ ਅਸੀਂ ਸਿੱਖ ਸਕਦੇ ਹਾਂ ਜਾਂ ਜ਼ਿੰਦਗੀ 'ਚ ਅਪਣਾ ਸਕਦੇ ਹਾਂ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਕਹਾਣੀ ਦਾ ਮਕਸਦ ਵੀ ਇਹੀ ਹੁੰਦਾ ਹੈ, ਕਿਉਂਕਿ ਕਹਾਣੀ ਅਸਲ ਵਿੱਚ ਹੁੰਦੀ ਉਹ ਹੈ ਜੋ ਕਹਾ ਹੈ ਉਹ ਹੈ ਨਹੀਂ, ਪਰ ਜੋ ਉਹਦੇ ਸੁਨੇਹਾ ਹੁੰਦਾ ਹੈ ਉਹ ਜ਼ਰੂਰੀ ਹੁੰਦਾ ਹੈ। ਤਾਂ ਆਓ ਦੇਖਦੇ ਹਾਂ ਇਸ ਕਹਾਣੀ ਤੋਂ ਸਾਨੂੰ ਕੀ ਸੁਨੇਹਾ ਮਿਲਦਾ ਹੈ। ਇੱਕ ਬਜ਼ੁਰਗ ਦੀ ਬੇਟੀ ਨੇ ਗੁਰਦੁਆਰੇ ਤੋਂ ਭਾਈ ਸਾਹਿਬ ਨੂੰ ਉਹਨਾਂ ਦੇ ਘਰ ਆ ਕੇ ਆਪਣੇ ਬਾਪੂ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ। ਇਹ ਸਾਡੇ ਘਰਾਂ 'ਚ ਆਮ ਹੁੰਦਾ ਹੈ ਕਿ ਅਸੀਂ ਜਦੋਂ ਕੋਈ ਕਿਸੇ ਵੀ ਖਾਸ ਅਹਿਮ ਮੌਕੇ ਦੀ ਅਰਦਾਸ ਕਰਨੀ ਹੁੰਦੀ ਹੈ ਤੇ ਬਹੁਤੀ ਵਾਰੀ ਅਸੀਂ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਜੀ ਆਓ ਸਾਡੇ ਘਰ ਆ ਕੇ ਤੇ ਅਰਦਾਸ ਕਰ ਜਾਓ। ਹਾਲਾਂਕਿ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਬਈ ਇਹ ਲੋੜ ਸਾਨੂੰ ਕਿਉਂ ਪੈਂਦੀ ਹੈ ਕਿ ਭਾਈ ਸਾਹਿਬ ਨੂੰ ਬੁਲਾ ਕੇ ਹੀ ਅਰਦਾਸ ਕਰਾਣੀ ਹੈ। ਅਸੀਂ ਆਪੂ ਵੀ ਤਾਂ ਕਰ ਸਕਦੇ ਹਾਂ, ਪਰ ਚਲੋ ਇਹ ਕਹਾਣੀ ਦੇ ਵਿੱਚ ਦੂਸਰੇ ਇਸ ਵਿਸ਼ੇ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। तो उन्होंने भाई साहब ने कहा कि मेरे बापू जी की सेहतयाबी वास्ते प्लीज़ अरदास करो, उन्होंने तबीयत काफ़ी ढिली चल रही है। जो भाई साहब उन्होंने घर पहुंचे तो उन्होंने अंदरले कमरे में एक बजुर्ग को पलंग ते लेटे हुए देखा। बजुर्ग के सिर के हेठा 2 सिरहाने दे के ते सिर उच्चा करके टिकाया होया सी। पलंग के एक पासे ही सिर के नेड़े एक खाली कुर्सी पई सी। भाई साहब ने सोचा कि बजुर्ग को उन्होंने आने की खबर है, इसलिए ये खाली कुर्सी उन्होंने रखवाई गई है। उन्होंने लग्या कि बई उन्होंने पता ही होएगा कि बई मैनू उन्होंने अरदास वास्ते बुलाया है, तो मेरे बैठन वास्ते खाली कुर्सी उन्होंने पहला ही अरेंज करके उत्थे रख दी है। पर बैठन तो पहला भाई साहब ने बजुर्ग को संबोधन करके आख्या भी तुसी मेरा इंतजार कर रहे सी। पूछ लिया बई, उन्होंने अपने वालों सोचा भी मैं कन्फर्म कर लवां कि कुर्सी मेरे वास्ते ही है ना, मैं बह जावां इत्थे। तो उन्होंने पूछा कि भी तुसी मेरा इंतजार कर रहे सी। बापू जी ने जवाब दिता, नहीं, तुसी कौन हो। उन्होंने तो थोड़ी हैरानी हुई भी मैं तो किसी का इंतजार नहीं कर रहा, ये भाई साहब क्यों आए ने ते कित्थे ने। भाई साहब ने अपना नाम दसिया तो फिर गल अगे तोड़दियां आख्या कि मैं ये खाली कुर्सी पई देखी तो सोचा कि तुहानू मेरे आने बारे पता ही होना है। अच्छा यह कुर्सी, बापू जी ने ना बड़े ढिले जे लहजे नाल बोलिया ते नाल ही भाई साहब नू इशारा किया बई कमरे का बूहा जरा बंद कर दो। भाई साहब नू बजुर्ग के लहजे तो बड़ी
ਥੋੜੀ ਹੈਰਾਨੀ ਤਾਂ ਹੋਈ ਕਿ ਭਈ ਇਹ ਕਿਵੇਂ ਦੀ ਗੱਲ। ਮੈਂ ਤਾਂ ਪੁੱਛਿਆ ਸੀ ਵੀ ਇਹ ਕੁਰਸੀ ਖਾਲੀ ਪਈ ਹੋਈ ਹੈ, ਮੇਰੇ ਬੈਠਣ ਵਾਸਤੇ ਹੈ, ਤੇ ਇੱਥੇ ਤਾਂ ਕੁਝ ਰਿਸਪੌਂਸ ਬੜਾ ਅਜੀਬ ਜਿਹਾ ਨਜ਼ਰ ਆਇਆ ਵੀ ਕੁਰਸੀ ਜਿਵੇਂ ਕੋਈ ਵੱਖਰੀ ਵਜ੍ਹਾ ਕਰਕੇ ਪਈ ਹੋਵੇ। ਤੇ ਫਿਰ ਨਾਲੇ ਕਹਿ ਰਹੇ ਨੇ ਵੀ ਦਰਵਾਜ਼ਾ ਬੰਦ ਕਰ ਦਿਓ ਤਾਂ ਕਿ ਬਾਹਰਲੇ ਬੰਦੇ ਨੂੰ ਕਿਸੇ ਨੂੰ ਆਵਾਜ਼ ਨਾ ਜਾਵੇ। ਪਰ ਖੈਰ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਬਜ਼ੁਰਗ ਨੇ ਬੜੀ ਮੱਧਮ ਆਵਾਜ਼, ਧੀਮੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਕਿ ਮੈਂ ਨਾ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ, ਆਪਣੀ ਬੇਟੀ ਨਾਲ ਵੀ ਨਹੀਂ। तो हौली हौली बोल रहे सी भी कि बाहर आवाज ना चली जावे। वो कहने लगे मैं अपनी तकरीबन सारी जिंदगी कदे अरदास नहीं की। गुरुद्वारे विच सुनिया हुई गल्लां मेरे सिर के उत्तों ही लंघ जांदियां सी। मैनूं नहीं सी समझ आती भी की कहंदे ने, क्यों कहंदे ने। मैनूं नहीं सी गल समझ आती ते ना ही मैं कदी अरदास करदा सी। मेरा मन कदी मन्निया ही नहीं कि मैनूं अरदास करन दी कोशिश भी करनी चाहिए है। पर 4 साल पहला मेरे एक जिगरी दोस्त ने मैनू आख्या, जगजीत बड़ी सीधी ते साफ गल है, अरदास परमात्मा दे नाल तुहाडी सीधी गलबात है। मेरी तुहानू एक सलाह है कि तुसी कुर्सी ते बैठ जाओ ते एक खाली कुर्सी अपने सामने रख लो। अपने मन विच ये दृढ़ निश्चय कर लो कि सामने कुर्सी ते साक्षात परमात्मा बैठा है। ये कोई टकौंसला नहीं है, ना ही कोई जंतर मंतर है। गल अपने मन नूं मनाउण दी है। तुसी कुर्सी सामने रख लो ते अपने आप नूं मना लो कि इस कुर्सी के सामने परमात्मा बैठा है। फिर उन्होंने मैनूं समझाया कि भाई मैं क्यों ये गल कह रहा। वो कहने लगे गुरबाणी का फरमान है, गुर मेरे संग सदा है नाले। बस फिर अपने मन की गल उवें ही कह दिओ जिवें हुण मेरे नाल गल्लां कर रहे हो। फिर उसने ये शब्द मैनूं सुनन लई किया, जी की बिरथा होए सो गुर पे अरदास कर। जी की बिरथा होए सो गुर पे अरदास कर। छोड़ सियानप सगल मन तान अरप तार। छोड़ सियानप सगल मन तान अरप तार। जी की बिरथा होए सो गुर पे अरदास कर। मैं उसकी गल मन के कोशिश की तो मैनू इन्ना चंगा महसूस होया तो मैं रोज़ 2 घंटे इसे तरह गल्लां करन दा नेम बना लिया। कुर्सी ते मैं आप बैठ जाना, एक कुर्सी सामने रख लैनी ते फिर ये सोच के कि मैं रब नाल गल्लां कर रहा हाँ, मैं 2 घंटे रोज़ इस तरह गल्लां करन दा नेम बना लिया।
ਪਰ ਮੈਂ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਇਹ ਕਰਦਿਆਂ ਮੈਨੂੰ ਕੋਈ ਵੇਖੇ ਨਾ, ਖਾਸ ਤੌਰ ਤੇ ਮੇਰੀ ਬੇਟੀ। ਉਹ ਕਿਤੇ ਮੈਨੂੰ ਇਕੱਲਿਆਂ ਗੱਲਾਂ ਕਰਦਿਆਂ ਵੇਖ ਲੈਂਦੀ ਤੇ ਜਾਂ ਤੇ ਉਸ ਨੂੰ ਗਸ਼ ਪੈ ਜਾਂਦੀ ਤੇ ਜਾਂ ਉਹ ਮੈਨੂੰ ਪਾਗਲਖਾਨੇ ਜਮ੍ਹਾਂ ਕਰਵਾ ਦਿੰਦੀ। ਭਾਈ ਸਾਹਿਬ ਇਹ ਸਾਰੀ ਵਾਰਤਾ ਸੁਣ ਕੇ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਬਜ਼ੁਰਗ ਨੂੰ ਇਵੇਂ ਹੀ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਫਿਰ ਉਹਨਾਂ ਨੇ ਬਜ਼ੁਰਗ ਨਾਲ ਮਿਲ ਕੇ ਅਰਦਾਸ ਕੀਤੀ ਤੇ ਗੁਰਦੁਆਰੇ ਤੋਂ ਲਿਆਂਦਾ ਹੋਇਆ ਪ੍ਰਸ਼ਾਦ ਉਸ ਨੂੰ ਦੇ ਕੇ ਵਿਦਾ ਲਈ। ਦੋ ਦਿਨ ਬਾਅਦ ਬਜ਼ੁਰਗ ਦੀ ਬੇਟੀ ਨੇ ਭਾਈ ਸਾਹਿਬ ਨੂੰ ਸੁਨੇਹਾ ਦਿੱਤਾ ਕਿ ਉਸਦੇ ਬਾਪੂ ਜੀ ਅਕਾਲ ਚਲਾਣਾ ਕਰ ਗਏ ਹਨ। ਭਾਈ ਸਾਹਿਬ ਨੇ ਪੁੱਛਿਆ ਕਿ ਉਹਨਾਂ ਦੀ ਮੌਤ ਸਹਿਜ ਅਤੇ ਸ਼ਾਂਤੀ ਨਾਲ ਹੋਈ। ਬੇਟੀ ਨੇ ਜਵਾਬ ਦਿੱਤਾ, ਹਾਂ। ਜਦੋਂ ਮੈਂ ਦਿਨੇ ਘਰੋਂ ਬਾਹਰ ਜਾਣ ਲੱਗੀ ਤੇ ਉਹਨਾਂ ਮੈਨੂੰ ਆਪਣੇ ਕੋਲ ਸੱਦਿਆ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਪਿਆਰ ਦਿੱਤਾ ਤੇ ਆਖਿਆ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਘੰਟੇ ਕੁ ਬਾਅਦ ਜਦੋਂ ਮੈਂ ਵਾਪਸ ਘਰ ਪਹੁੰਚੀ ਤਾਂ ਉਹ ਸਵਾਸ ਤਿਆਗ ਚੁੱਕੇ ਸਨ। ਪਰ ਮੈਂ ਇੱਕ ਬੜੀ ਅਜੀਬ ਜੀ ਚੀਜ਼ ਵੇਖੀ। ਸਵਾਸ ਤਿਆਗਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਮੰਜੇ ਤੋਂ ਪਾਸਾ ਪਲਟ ਕੇ ਆਪਣਾ ਸਿਰ ਨਾਲ ਪਈ ਹੋਈ ਕੁਰਸੀ ਤੇ ਰੱਖਿਆ ਹੋਇਆ ਸੀ। ਕੀ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਹੋਵੇਗਾ? ਉਹਨਾਂ ਦੀ ਬੇਟੀ ਨੇ ਭਾਈ ਸਾਹਿਬ ਨੂੰ ਪੁੱਛਿਆ। ਭਾਈ ਸਾਹਿਬ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਬੜੇ ਭਾਵਪੂਰਤ ਹੋ ਕੇ ਉਹ ਕਹਿਣ ਲੱਗੇ, ਕਾਸ਼ ਸਾਰਿਆਂ ਨੂੰ ਐਸਾ ਹੀ ਅੰਤ ਨਸੀਬ ਹੋਵੇ। जो बात दवा से नहीं होती वो बात दुआ से होती है। जब मुर्शिद कामिल मिलता है तब बात खुदा से होती है। एक शायर दे बोल ने जो इस कहानी के नाल जो ये घटना वापरी उस दे नाल बहुत सोहने टुकदे हन। उस बजुर्ग ने अपने मन दे विच निश्चय कर लिया सी कि मेरे सामने अंग संग मेरे परमात्मा है, वो मेरे सामने ही बैठा है ते अपने दिल की गल उस दे नाल खोल के कर लेंदे सी। कुर्सी तो महज एक बहाना सी, इंपॉर्टेंस कुर्सी की नहीं सी, इंपॉर्टेंस सी मन दे विच दृढ़ विश्वास दी कि गुरु मेरे संग सदा है नाले। तो ये वखरी गल है कि जिस किसी ने भी उन्होंने इस पासे मोड़िया उन्हें कुर्सी का सहारा लैके ये एक तरीका उन्होंने वास्ते दस दिता गया कि इंज तुसी अपनी गल गुरु दे नाल प्रभु दे नाल कर सकते हो। तो सही राह मिल जावे तो खुदा नाल गल हर कोई कर सकता है। गुरबाणी का फरमान है, कबीर काम परै हर सिमरिए ऐसा सिमरो नित। कबीर काम परै हर सिमरिए ऐसा सिमरो नित। अमरापुर बासा करो हर गया बहोर बित। सीधे सीधे लफ्ज़ां 'ਚ जो गल सानू समझ आ जाती है इत्थों ਕੰਮ ਪੈਣ ਤੇ ਤਾਂ ਸਾਨੂੰ ਰੱਬ ਚੇਤੇ ਆ ਹੀ ਜਾਂਦਾ ਹੈ। ਜਦੋਂ ਕੋਈ ਦੁਬਿਧਾ ਕੋਈ ਤਕਲੀਫ ਹੁੰਦੀ ਹੈ
ਰੱਬ ਚੇਤੇ ਆ ਜਾਂਦਾ ਹੈ। ਪਰ ਕਬੀਰ ਜੀ ਸਾਨੂੰ ਪ੍ਰੇਰਨਾ ਕਰ ਰਹੇ ਹਨ ਕਿ ਜਿਹੋ ਜਿਹਾ ਕੰਮ ਪੈਣ ਤੇ ਰੱਬ ਨੂੰ ਚੇਤੇ ਕਰਦੇ ਹੋ, ਜੇ ਰੋਜ਼ ਹੀ ਚੇਤੇ ਕਰੋ ਤਾਂ ਜ਼ਿੰਦਗੀ ਦੇ ਵਿੱਚ ਕੋਈ ਦੁਬਿਧਾ, ਕੋਈ ਦੁੱਖ ਤਕਲੀਫ ਕਦੀ ਮਹਿਸੂਸ ਹੀ ਨਹੀਂ ਹੋਏਗੀ। ਜਿਹੜੇ ਕੋਈ ਤੁਹਾਡੇ ਅੰਦਰੋਂ ਚੰਗੇ ਗੁਣ ਨਿਕਲ ਵੀ ਗਏ ਹਨ, ਕੋਈ ਗਵਾਚ ਗਏ ਹਨ, ਉਹ ਵੀ ਵਾਪਸ ਮਿਲ ਜਾਂਦੇ ਹਨ ਜੇ ਪ੍ਰਭੂ ਦੀ ਯਾਦ ਹਿਰਦੇ 'ਚ ਵਸਾਈ ਰੱਖੋ। ਕਬ ਇਸੇ ਤਰ੍ਹਾਂ ਹੀ ਇੱਕ ਹੋਰ ਪੰਕਤੀ ਦੇ ਵਿੱਚ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ, ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾ ਕਾਰਜ ਆਵੈ ਰਾਮ। ਸਭ ਸੁੱਖਾਂ ਦਾ ਦਾਤਾ, ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਉਹ ਪ੍ਰਭੂ, ਉਸ ਦੇ ਅੱਗੇ ਹੀ ਜੇ ਅਰਦਾਸ ਵਿੱਚ ਜੁੜੇ ਰਹੀਏ, ਉਸ ਦੇ ਅੱਗੇ ਅਰਦਾਸ ਕਰੀਏ ਤੇ ਉਹਦੀ ਮਿਹਰ ਹੋ ਜਾਂਦੀ ਹੈ ਤੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਉਸ ਦੀ ਮਿਹਰ ਹੋ ਜਾਵੇ ਤਾਂ ਕੋਈ ਜ਼ਿੰਦਗੀ 'ਚ ਰੁਕਾਵਟ, ਕੋਈ ਦੁੱਖ ਤਕਲੀਫ ਸਾਡੇ ਅੱਡੇ ਨਹੀਂ ਆ ਸਕਦਾ, ਸਾਨੂੰ ਦੁਖੀ ਨਹੀਂ ਕਰ ਸਕਦਾ। ਬਾਰਿਕ ਵਾਂਗੀ ਹੋ ਸਭ ਕਿਛ ਮੰਗਾ ਦੇਂਦੇ ਟੋਟ ਨਹੀਂ ਪ੍ਰਭ ਰੰਗਾ। ਉਹ ਪ੍ਰਭੂ ਸਾਡੇ ਸਾਰਿਆਂ ਦਾ ਪਿਤਾ ਹੈ। ਇੱਕ ਬੱਚੇ ਵਾਂਗ ਅਸੀਂ ਸਭ ਕੁਝ ਉਸ ਪਾਸੋਂ ਮੰਗਦੇ ਹਾਂ ਔਰ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ। ਸੋ ਬੱਚੇ ਨੇ ਜੇ ਆਪਣੇ ਪਿਤਾ ਕੋਲੋਂ ਨਹੀਂ ਮੰਗਣਾ ਤਾਂ ਫਿਰ ਹੋਰ ਕਿੱਥੋਂ ਮੰਗਣਾ ਹੈ। तो इसलिए जो भी साढ़े दिल की चाहत होए उसनों प्रभु ਨੂੰ हाजर नाजर जान के अंग संग जान के अपने दिल की गल उसके नाल जरूर खोल के करिए। पर यह परमात्मा की अपनी मर्जी है कि केड़ी मंग पूरी करे, केड़ी अरदास कदों पूरी होनी है, इसका फैसला भी अकाल पुरख के हाथ ही है। बच्चे ने मंग पिता कोलों करनी है पर सियाना पिता जानता है कि बच्चे की केड़ी मंग जायज़ है कि केड़ी नाजायज़ है। उसके मन में तो हमेशा बच्चे का भला ही होता है। प्रभु साडा पिता है, वो भी साडा भला ही चाहता है। तो जे कदी साडी कोई मंग पूरी नहीं हुंदी, साडी कोई अरदास पूरी नहीं हुंदी, तो सच जानो ये इसे करके नहीं हुंदी क्योंकि प्रभु साडा भला चाहता है। परमात्मा हमेशा बख्शिशां करता ही रहता है। एक शायर ने बड़ा खूब किया है, मोहताज है ये सारा जमाना उसका, कतरे उसके हैं दाना दाना उसका, अफसोस कि मांगना ना आया तुझको, जारी है हर वक्त खजाना उसका। वो तो बख्शिशां करता ही रहता है। आम तौर पर असी छोटी छोटी चीज़ां प्रभु को मंगते रहते हैं पर ਉਹਦੀਆਂ ਮਿਹਨਤਾਂ, ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ ਸਾਡੀਆਂ ਮੰਗਾਂ ਤੋਂ ਵੀ ਕਈ ਗੁਣਾ ਵੱਡੀਆਂ ਹੁੰਦੀਆਂ ਹਨ। ਅਰਦਾਸ ਕਰਦਿਆਂ ਰੱਬੀ ਰਹਿਮਤਾਂ ਇਉਂ ਆਉਂਦੀਆਂ ਹਨ ਕਿ ਸਿੱਖ ਹੈਰਾਨ ਰਹਿ ਜਾਂਦਾ ਹੈ। ਇਸੇ ਭਾਵ ਨੂੰ ਸ਼ਾਇਰ ਨੇ ਇਵੇਂ ਬਿਆਨ ਕੀਤਾ ਹੈ, मैंने मांगा था गुल गुलस्तां मिल गया, मैंने मांगा था कतरा दरिया मिल गया, अजब तेरी रहमत मैं कैसे कहूँ, मैंने मांगा था क्या और क्या मिल गया। ਅਸੀਂ ਮੰਗਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ, ਇਹ ਚਾਹੀਦਾ ਹੈ, ਇੱਕ ਛੋਟਾ ਜਿਹਾ ਘਰ ਚਾਹੀਦਾ ਹੈ, ਗੱਡੀ ਚਾਹੀਦੀ ਹੈ, ਇੱਕ ਨੌਕਰੀ ਚਾਹੀਦੀ ਹੈ, ਇੱਕ ਵੋਟੀ ਚਾਹੀਦੀ ਹੈ, ਇੱਕ ਬੱਚਾ ਚਾਹੀਦਾ ਹੈ। ਪ੍ਰਭੂ ਦੇ ਦਰ ਤੇ ਇਹ ਮਾਮੂਲੀ ਜੀਆਂ ਗੱਲਾਂ ਨੇ, ਬਹੁਤ ਛੋਟੀਆਂ ਚੀਜ਼ਾਂ ਨੇ, ਪਰ ਪ੍ਰਭੂ ਸਾਨੂੰ ਜ਼ਿੰਦਗੀ 'ਚ ਐਸੀਆਂ ਐਸੀਆਂ ਬਖਸ਼ਿਸ਼ਾਂ ਕਰਦਾ ਹੈ ਜਿਹੜੀਆਂ ਸਾਡੇ ਚੇਤੇ ਵਿੱਚ ਵੀ ਨਹੀਂ ਆਉਂਦੀਆਂ। ਸੋ ਇਹ ਜਿਹੜਾ ਕਦੀ
ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਉਹਨੂੰ ਆਪਣੇ ਅੰਗ ਸੰਗ ਜਾਣ ਕੇ ਉਹਦੇ ਨਾਲ ਦਿਲ ਦੀ ਗੱਲ ਕਰਦਾ ਹੈ, ਤਾਂ ਉਹਦੇ ਦਿਲ ਦੇ ਅੰਦਰ ਐਸੇ ਭਾਵ, ਐਸੇ ਵਿਚਾਰ ਪ੍ਰਭੂ ਆਪ ਪਾ ਦਿੰਦਾ ਹੈ ਕਿ ਉਹਨੂੰ ਪ੍ਰਭੂ ਦੀ ਬਖਸ਼ਿਸ਼ਾਂ ਵਿੱਚੋਂ ਉਹਦੇ ਗੁਨਾਹ ਦੀ ਝਲਕ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਗੁਨਾਹ ਦੇ ਨਾਲ ਉਹਦੀ ਸਾਂਝ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਪ੍ਰਭੂ ਦੀ ਅਸਲੀ ਰਹਿਮਤ ਹੈ ਕਿ ਉਹ ਆਪਣੇ ਗੁਣ ਸਾਨੂੰ ਬਖਸ਼ ਦਿੰਦਾ ਹੈ। ਸਾਡੇ ਅੰਦਰ ਉਹ ਗੁਣ, ਉਹ ਵਡਿਆਈਆਂ ਆ ਜਾਂਦੀਆਂ ਹਨ ਜੋ ਪ੍ਰਭੂ ਦੇ ਗੁਣ ਹਨ। ਅਰਦਾਸ ਜਦੋਂ ਸਾਡੀ ਕੀਤੀ ਹੋਈ ਦੁਨਿਆਵੀ ਚੀਜ਼ਾਂ ਵਾਸਤੇ, ਮੰਗਾਂ ਵਾਸਤੇ ਨਾ ਵੀ ਮੰਨੀ ਜਾਏ ਤਾਂ ਵੀ ਅਰਦਾਸ ਦੇ ਲਾਭ ਹਨ। ਇਹ ਨਾ ਸਮਝੋ ਕਿ ਅਸੀਂ ਅਰਦਾਸ ਕੀਤੀ ਤੇ ਉਹ ਪੂਰੀ ਨਹੀਂ ਹੋਈ ਤੇ ਵਿਅਰਥ ਹੋ ਗਿਆ, ਇਹ ਤੇ ਫਜ਼ੂਲ ਜਿਹਾ ਕੰਮ ਹੋ ਗਿਆ, ਨੁਕਸਾਨ ਹੋ ਗਿਆ। ਨਹੀਂ ਮੰਨੀ ਗਈ ਅਰਦਾਸ, ਉਸ ਦਾ ਵੀ ਲਾਭ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਅਸੀਂ ਆਪਣੀ ਸਮੱਸਿਆ ਦਾ ਬਿਆਨ ਕਰਦੇ ਹਾਂ ਤੇ ਸਾਨੂੰ ਆਪਣੇ ਮਨ ਦੇ ਵਿੱਚ ਇੱਕ ਸਪਸ਼ਟਤਾ ਮਿਲਦੀ ਹੈ, ਕਲੈਰਿਟੀ ਮਿਲਦੀ ਹੈ ਕਿ ਬਈ ਸਾਡੀ ਸਮੱਸਿਆ ਹੈ ਕੀ ਹੈ। ਤੇ ਜਦੋਂ ਸਾਡੇ ਮਨ ਦੇ ਵਿੱਚ ਸਪਸ਼ਟਤਾ ਆ ਜਾਂਦੀ ਹੈ, ਕਲੈਰਿਟੀ ਆ ਜਾਂਦੀ ਹੈ, ਤਾਂ ਸਮੱਸਿਆ ਦੇ ਸਮਾਧਾਨ ਵੱਲ ਅਸੀਂ ਇੱਕ ਵੱਡੀ ਸ਼ੁਰੂਆਤ ਕਰ ਲੈਂਦੇ ਹਾਂ। ਫਿਰ ਜਿਸ ਦੇ ਅੱਗੇ ਅਸੀਂ ਇਸ਼ਟ ਦੇ ਅੱਗੇ ਅਰਦਾਸ ਕਰਦੇ ਹਾਂ, ਉਸ ਇਸ਼ਟ ਦੇ ਨਾਲ ਸਾਡਾ ਨੇੜਤਾ ਦਾ ਰਿਸ਼ਤਾ ਬਣਦਾ ਹੈ। ਤਾਂ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਜੇ ਉਹਨੂੰ ਅਸੀਂ ਆਪਣਾ ਸਮਝਦੇ ਹਾਂ, ਫਿਰ ਉਹ ਸਾਡੇ ਤੋਂ ਵੱਡਾ ਹੈ, ਸਮਰੱਥ ਹੈ, ਸਾਡੇ ਤੋਂ ਜ਼ਿਆਦਾ ਸਮਰੱਥ ਹੈ, ਤਾਂ ਸਾਨੂੰ ਆਪਣੀ ਸੀਮਤ ਸੋਚ ਦਾ ਅਹਿਸਾਸ ਹੁੰਦਾ ਹੈ। ਸਾਡੇ ਅੰਦਰੋਂ ਹੰਕਾਰ ਦੀ, ਹਉਮੈ ਦੀ ਭਾਵਨਾ ਥੋੜੀ ਘਟਦੀ ਹੈ। ਜਿਹਦੇ ਅੱਗੇ ਅਰਦਾਸ ਕਰਦੇ ਹਾਂ ਉਸ ਦੀ ਹੋਂਦ ਅਤੇ ਸਮਰੱਥਾ ਦੇ ਵਿੱਚ ਸਾਡਾ ਵਿਸ਼ਵਾਸ ਹੋਰ ਪੱਕਾ ਹੁੰਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਸਾਨੂੰ ਇਕੱਲੇਪਨ ਦੇ ਡਰ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਾਨੂੰ ਭਰੋਸਾ ਹੋ ਜਾਂਦਾ ਹੈ ਕਿ ਇੱਕ ਵੱਡੀ ਸਮਰੱਥਾ ਵਾਲਾ ਦਾਤਾ, ਇੱਕ ਮਹਾਨ ਸ਼ਕਤੀ ਸਾਨੂੰ ਸਹਾਰਾ ਦੇ ਰਹੀ ਹੈ। ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ। ਬਹੁਤੀ ਵਾਰੀ ਇਨਸਾਨ ਘਬਰਾਉਂਦਾ ਹੈ ਆਪਣੇ ਇਕੱਲੇਪਨ ਤੋਂ, ਛੋਟੀ ਛੋਟੀ ਸਮੱਸਿਆਵਾਂ ਤੋਂ ਘਬਰਾ ਜਾਂਦਾ ਹੈ। ਪਰ ਜਦੋਂ ਉਹਨੂੰ ਇਹ ਭਰੋਸਾ ਹੋ ਜਾਵੇ ਕਿ ਕੋਈ ਹੋਰ ਵੀ ਮੇਰੀ ਸਹਾਇਤਾ ਵਾਸਤੇ ਮੇਰੇ ਨਾਲ ਹੈ, ਤਾਂ ਉਹਦੀ ਘਬਰਾਹਟ ਬਹੁਤ ਹੱਦ ਤੱਕ ਖਤਮ ਹੋ ਜਾਂਦੀ ਹੈ। ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਜਿਹਦੇ ਅੱਗੇ ਅਸੀਂ ਅਰਦਾਸ ਕਰ ਰਹੇ ਹਾਂ ਉਹ ਸਾਡੀ ਅਰਦਾਸ ਸੁਣ ਰਿਹਾ ਹੈ ਔਰ ਉਹ ਸਾਡੇ ਤੋਂ ਕਿਤੇ ਜ਼ਿਆਦਾ ਸਮਰੱਥ ਹੈ ਤੇ ਉਹ ਸਾਡੇ ਅੰਗ ਸੰਗ ਹੈ। ਤੇ ਸਾਨੂੰ ਉਹਦੇ ਸਹਾਰੇ ਦਾ ਭਰੋਸਾ ਹੋ ਜਾਵੇ ਤਾਂ ਸਾਡੇ ਅੰਦਰੋਂ ਇਕੱਲੇਪਨ ਦਾ ਡਰ ਤਾਂ ਖਤਮ ਹੋ ਹੀ ਜਾਏਗਾ। ਤਾਂ ਜੇ ਕਿਤੇ ਸਾਡੀ ਮੰਗ ਪੂਰੀ ਹੋ ਜਾਏ ਤਾਂ ਸਾਡਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ। ਆਪਣੀ ਮੰਗ ਪੂਰੀ ਹੋਣ ਤੇ ਮਨ ਦੇ ਵਿੱਚ ਆਪਣੇ ਨਿਕਟਵਰਤੀਆਂ ਦੀ ਭਲਾਈ ਦਾ ਵਿਚਾਰ ਵੀ ਆਉਂਦਾ ਹੈ। ਫਿਰ ਇਸ ਤੋਂ ਵੀ ਅਗਾਂਹ ਸਰਬੱਤ ਦੇ ਭਲੇ ਦਾ ਵਿਚਾਰ ਆਉਂਦਾ ਹੈ। ਫਿਰ ਸਾਡੇ ਮਨ ਵਿੱਚ ਆਏ ਹੋਏ ਹੋਰਨਾਂ ਦੇ ਭਲੇ ਦੇ ਵਿਚਾਰ ਦਾ ਸ਼ੁਭ ਅਸਰ ਦੂਜਿਆਂ ਦੇ ਵਿਚਾਰਾਂ ਵਿੱਚ ਵੀ ਤਬਦੀਲੀ ਲਿਆਉਂਦਾ ਹੈ। ਤਾਂ ਇਹ ਇੱਕ ਤਰੀਕੇ ਦਾ ਇੱਕ ਬੜਾ ਪੋਜ਼ਿਟਿਵ ਜਿਹਾ ਸਾਈਕਲ ਸ਼ੁਰੂ ਹੋ ਜਾਂਦਾ ਹੈ ਕਿ ਸਾਡੀ ਮੰਗ ਪੂਰੀ ਹੋ ਗਈ, ਸਾਡੇ ਮਨ 'ਚ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿ ਪ੍ਰਭੂ ਸਾਡੀ ਗੱਲ ਸੁਣਦਾ ਹੈ। ਤੇ ਫਿਰ ਸਾਡੇ ਮਨ 'ਚ ਇਹ ਵੀ ਖਿਆਲ ਆਉਂਦਾ ਹੈ ਕਿ ਵੀ ਮੇਰੇ ਆਪਣੇ ਗੁਆਂਢੀ, ਮੇਰੇ ਆਪਣੇ ਪਰਿਵਾਰ ਦੇ ਮੈਂਬਰ, ਮੇਰੇ ਦੋਸਤ ਮਿੱਤਰ, ਉਹਨਾਂ ਦਾ ਵੀ ਭਲਾ ਹੋ ਜਾਵੇ, ਉਹਨਾਂ ਦੀ ਵੀ ਸੁਣੀ ਜਾਵੇ। ਫਿਰ ਜਦੋਂ ਅਸੀਂ ਲੋਕਾਂ ਦੀ ਭਲਾਈ ਬਾਰੇ ਸੋਚਦੇ ਹਾਂ ਤਾਂ ਫਿਰ ਨਿਰੇ ਆਪਣੇ ਸੱਕੇ ਸੰਬੰਧੀਆਂ ਤੋਂ ਉੱਠ ਕੇ ਉੱਚਾ ਸਾਡੇ ਮਨ ਦੇ ਵਿੱਚ ਸਰਬੱਤ ਦੇ ਭਲੇ ਦਾ ਵੀ ਵਿਚਾਰ ਆਉਂਦਾ ਹੈ। ਕਿਉਂਕਿ ਜਿਉਂ-ਜਿਉਂ ਅਸੀਂ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਇਹ ਵੀ ਮਹਿਸੂਸ ਹੁੰਦਾ ਹੀ ਹੈ ਕਿ ਉਹ ਤਾਂ ਸਭ ਦਾ ਪਿਤਾ ਹੈ, ਸਾਰੇ ਹੀ ਉਹਦੇ ਬੱਚੇ ਹਨ ਤੇ ਸਾਰੇ ਹੀ ਉਸਦੇ ਇੱਕ ਪਰਿਵਾਰ ਦੇ ਮੈਂਬਰ ਹਨ। ਤਾਂ ਸਾਡੇ ਮਨ ਵਿੱਚ ਵੀ ਸਰਬੱਤ ਦੇ ਭਲੇ ਦੀਆਂ ਗੱਲਾਂ ਆ ਜਾਂਦੀਆਂ ਨੇ। ਤਾਂ ਸਾਡੇ ਮਨ ਵਿੱਚ ਜਦੋਂ ਚੰਗੇ ਵਿਚਾਰ ਆਉਂਦੇ ਹਨ ਤਾਂ ਪੱਕੀ ਗੱਲ ਹੈ ਕਿ ਸਾਡੇ ਚੰਗੇ ਵਿਚਾਰਾਂ ਦਾ ਅਸਰ ਦੂਜਿਆਂ ਦੇ ਵਿਚਾਰਾਂ ਵਿੱਚ ਵੀ ਤਬਦੀਲੀ ਲਿਆਉਂਦਾ ਹੈ। ਉਹਨਾਂ ਦੇ ਅੰਦਰ ਵੀ ਚੰਗੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋ ਅਰਦਾਸ ਗੁਰਸਿੱਖ ਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਸਿੱਖ ਦਾ ਗੁਰੂ ਅਤੇ ਅਕਾਲ ਪੁਰਖ ਨਾਲ ਮਿਲਾਪ ਦਾ ਜੋ ਮਾਨੋ ਇੱਕ ਪੁੱਲ ਹੈ, ਸਾਡੇ ਨਾਲ ਉਹਦਾ ਇੱਕ ਜੋੜ ਬਣ ਜਾਂਦਾ ਹੈ। ਅਰਦਾਸ ਤੋਂ ਬਗੈਰ ਸਿੱਖ ਦੀ ਜ਼ਿੰਦਗੀ ਅਧੂਰੀ ਹੈ। ਜਿਵੇਂ ਸਰੀਰ ਦਾ ਤੇ ਸਾਹਾਂ ਦਾ ਸੰਬੰਧ ਹੈ, ਇਵੇਂ ਹੀ ਸਿੱਖੀ ਦਾ ਤੇ ਅਰਦਾਸ ਦਾ ਸੰਬੰਧ ਹੈ। ਸੋ ਇਹ
ਕਹਾਣੀ ਜਿਹੜੀ ਹੈ ਜਿੱਥੇ ਸਾਨੂੰ ਇੱਕ ਇੰਟਰਸਟਿੰਗ ਇਨਸੀਡੈਂਟ ਸੁਣਾਉਂਦੀ ਹੈ, ਉੱਥੇ ਅਰਦਾਸ ਦੀ ਮਹੱਤਤਾ ਦੇ ਬਾਰੇ ਵੀ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਹੈ ਕਿ ਕੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਰਦਾਸ ਦੀ ਉਤਨੀ ਅਹਿਮੀਅਤ ਸਮਝਦੇ ਹਾਂ ਜਿਤਨੀ ਇਸ ਕਹਾਣੀ ਵਿੱਚ ਦਰਸਾਈ ਗਈ ਹੈ, ਤੇ ਕੀ ਅਸੀਂ ਵੀ ਉਹਨੇ ਪੂਰਨ ਦ੍ਰਿੜਤਾ ਦੇ ਨਾਲ, ਭਰੋਸੇ ਦੇ ਨਾਲ ਵਾਹਿਗੁਰੂ ਨੂੰ ਅੰਗ ਸੰਗ ਜਾਣ ਕੇ ਉਹਦੇ ਨਾਲ ਆਪਣੇ ਦਿਲ ਦੀ ਗੱਲ ਖੋਲ ਕੇ ਕਰ ਸਕਦੇ ਹਾਂ। ਇਹ ਕਹਾਣੀ ਤਾਂ ਇੱਥੇ ਮੁੱਕਦੀ ਹੈ। ਮੈਂ ਚਾਹਾਂਗਾ ਕਿ ਜੇ ਇਸ ਕਹਾਣੀ ਨਾਲ ਸੰਬੰਧਿਤ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਣ, ਕੋਈ ਕਮੈਂਟਸ ਹੋਣ, ਤੇ ਪਹਿਲਾਂ ਉਹਨਾਂ ਦੇ ਬਾਰੇ ਕੁਝ ਮਿੰਟ ਅਸੀਂ ਵਿਚਾਰ ਸਾਂਝੇ ਕਰ ਲਈਏ। ਉਸ ਤੋਂ ਬਾਅਦ ਜੋ ਬਾਕੀ ਸਮਾਂ ਬਚਦਾ ਹੋਏਗਾ ਅਸੀਂ ਫਿਰ ਇੱਕ ਦੂਜੀ ਕਹਾਣੀ ਹੋਰ ਵੀ ਲੈ ਸਕਦੇ ਹਾਂ ਜੇ ਸਮਾਂ ਬਚਿਆ ਤੇ। ਫਿਲਹਾਲ ਇਸ ਕਹਾਣੀ ਦੀ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।